हे पंच तत्वां नूं प्रकाशमान करन वालिया, तेरे चरनां दे विच कोटन कोट नमस्कार है, नमस्कार है, नमस्कार है। आप हवा नूं गति प्रदान कर रहे हो, सूरज नूं तप प्रदान कर रहे हो, आप मिट्टी नूं बीज रूप प्रदान कर रहे हो, जल नूं शीतलता प्रदान कर रहे हो, आकाश नूं विशालता प्रदान करन वाले सच स्वरूप परमात्मा, तेरे चरनां दे विच कोटन कोट नमस्कार है, नमस्कार है, नमस्कार है। ज्ञाता ज्ञान और ज्ञान का विषय, दृष्टा दर्शन और दृश्य, कर्ता साधन और क्रिया, हे ज्ञान स्वरूप परमात्मा, तेरे चरनां दे विच कोटन कोट नमस्कार है, नमस्कार है, नमस्कार है। इस संसार दे सब प्राणी आप जी दे अंतःकरण तो पैदा हुए हैं और आप जी दे अंतःकरण विच ही समा जाणगे। आकाश दे नीचे और धरती दे उपर जिन्ने भी जीव व्यापक ने, आप सब जीवां नूं आनंद प्रदान कर रहे हो। यही आनंद सब जीवां दे जीण दा आधार है। हे आनंद स्वरूप परमात्मा, तेरे चरनां दे विच कोटन कोट नमस्कार है, नमस्कार है, नमस्कार है। मंगलाचरण। जी हाँ, कबूल करो मेरे जानी के सोनू नाहर वालों बहुत ही प्यार और सत्कार भरी जय वाल्मीकि। VSS ऑनलाइन टीवी देख रहे सारे ही श्रोतिਆਂ ਦਾ ਅੰਮ੍ਰਿਤ ਵਰਖਾ ਮਹਿਮਾ ਭਗਵਾਨ ਵਾਲਮੀਕੀ ਜੀ ਦੀ ਇਸ ਪ੍ਰੋਗਰਾਮ ਵਿੱਚ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਇੱਕ ਵਾਰ ਫਿਰ ਆਪ ਸਾਰਿਆਂ ਦੇ ਸਾਹਮਣੇ ਪੇਸ਼ ਹੋਏ ਹਾਂ ਇੱਕ ਨਵਾਂ ਪ੍ਰੋਗਰਾਮ ਲੈ ਕੇ ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਸਾਰੇ ਹੀ ਉਹਨਾਂ ਭੈਣਾਂ ਭਰਾਵਾਂ ਦਾ ਧੰਨਵਾਦ ਕਰਦੇ ਜਾਈਏ ਜਿਹੜੇ ਹਮੇਸ਼ਾ ਹੀ ਪ੍ਰੋਗਰਾਮ ਨੂੰ ਦੇਖਦੇ ਆ ਪਸੰਦ ਕਰਦੇ ਆ ਔਰ ਨਾਲ ਹੀ ਨਾਲ ਆਪਣੇ ਵਿਚਾਰ ਵੀ ਦਿੰਦੇ ਨੇ ਤੇ ਨਾਲ ਹੀ ਨਾਲ ਸੋਸ਼ਲ ਮੀਡੀਆ ਤੇ ਪ੍ਰੋਗਰਾਮ ਦੀਆਂ ਵੀਡੀਓ ਜਿਹੜੀਆਂ ਨੇ ਉਹਨਾਂ ਨੂੰ ਸ਼ੇਅਰ ਵੀ ਕਰਦੇ ਨੇ। ਉਹਨਾਂ ਸਾਰੇ ਭੈਣਾਂ ਭਰਾਵਾਂ ਦਾ ਦਿਲ ਦੀ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਇੱਕ ਬੇਨਤੀ ਵੀ ਹੈ ਸਾਰੇ ਹੀ ਸਮਾਜ ਦੇ ਸੂਝਵਾਨ ਭੈਣਾਂ ਭਰਾਵਾਂ ਨੂੰ ਕਿ ਆਪ ਸਾਰੇ VSS ऑनलाइन टीवी ਦਾ ਜਿਹੜਾ ਹੈ ਉਹ ਸਾਥ ਜ਼ਰੂਰ ਦੇਵੋ, ਸਾਡੀ ਮਦਦ ਜ਼ਰੂਰ ਕਰੋ। ਉਹ ਸਾਥ ਉਹ ਮਦਦ ਉਹ ਕਿਸ ਤਰੀਕੇ ਦੀ ਹੈ ਕਿ VSS ਟੀਮ ਨੂੰ VSS TV ਨੂੰ ਜਿਹੜੇ ਹੈ ਉਹ ਪ੍ਰੋਗਰਾਮ ਚਾਹੀਦੇ ਆ, ਵੱਧ ਤੋਂ ਵੱਧ ਪ੍ਰੋਗਰਾਮ ਚਾਹੀਦੇ ਆ ਔਰ ਪ੍ਰੋਗਰਾਮ ਕਿਸ ਤਰੀਕੇ ਦੇ ਭਗਵਾਨ ਵਾਲਮੀਕੀ ਮਹਾਰਾਜ ਜੀ ਦੀ ਬਾਣੀ, ਉਹਨਾਂ ਦੀਆਂ ਸਿੱਖਿਆਵਾਂ ਤੇ ਸਾਹਿਬ ਸਤਿਗੁਰੂ ਗਿਆਨਨਾਥ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਜਾਂ ਹੋਰ ਵੀ ਜਿੰਨੇ ਸਾਡੇ ਆਦਿ ਮਹਾਪੁਰਸ਼ ਨੇ ਉਹਨਾਂ ਦੀਆਂ ਸਿੱਖਿਆਵਾਂ, ਉਹਨਾਂ ਦੀ ਸਮਾਜ ਨੂੰ ਕੀ ਦੇਣ ਹੈ, ਉਸ ਵਿਸ਼ੇ ਤੇ ਜਿਹੜੇ ਪ੍ਰੋਗਰਾਮ ਹੋਣੇ ਚਾਹੀਦੇ ਆ ਔਰ ਨਾਲ ਹੀ ਨਾਲ ਯੁੱਗ ਪੁਰਸ਼ ਸਿੰਬਲ ਆਫ ਨੌਲੇਜ ਬਾਬਾ ਸਾਹਿਬ ਡਾਕਟਰ ਭੀਮਰਾਓ ਅੰਬੇਦਕਰ ਜੀ, ਉਹਨਾਂ ਦੀ ਜੀਵਨੀ, ਉਹਨਾਂ ਦੀਆਂ ਕੁਰਬਾਨੀਆਂ ਔਰ ਉਹਨਾਂ ਦਾ ਲਿਖਿਆ ਹੋਇਆ ਸੰਵਿਧਾਨ, ਇਹਨਾਂ ਵਿਸ਼ਿਆਂ ਤੇ ਵੀ ਜਿਹੜੇ ਹੈ ਉਹ ਪ੍ਰੋਗਰਾਮ ਤੁਸੀਂ ਦੇ ਸਕਦੇ ਹੋ। ਤੁਸੀਂ ਦੁਨੀਆ ਦੇ ਕਿਸੇ ਵੀ ਮੁਲਕ ਦੇ ਵਿੱਚ ਹੋ, ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਹੋ, ਆਪਣੇ ਪ੍ਰੋਗਰਾਮ ਰਿਕਾਰਡ ਕਰਕੇ ਵੀਡੀਓ ਰਿਕਾਰਡ ਕਰਕੇ ਜਿਹੜੀ ਹੈ ਉਹ ਸਾਡੇ ਤੱਕ ਪਹੁੰਚਦੀ ਕਰੋ। ਅਸੀਂ ਉਸ ਵੀਡੀਓ ਨੂੰ ਜਿਹੜਾ ਹੈ VSS ऑनलाइन TV ਤੇ ਜਿਹੜਾ ਹੈ ਉਹ ਅਪਲੋਡ ਕਰਕੇ ਪੂਰੀ ਦੁਨੀਆ ਦੇ ਵਿੱਚ ਉਹਨੂੰ ਜਿਹੜਾ ਹੈ ਉਹ ਦਿਖਾਵਾਂਗੇ। ਇਹ VSS ऑनलाइन TV ਚੈਨਲ ਜਿਹੜਾ ਹੈ ਇਹ ਕਿਸੇ ਇੱਕ ਇਨਸਾਨ ਜਾਂ ਇੱਕ ਸੰਸਥਾ ਦਾ ਨਹੀਂ, ਇਹ ਪੂਰੇ ਵਾਲਮੀਕੀ ਸਮਾਜ ਦਾ ਜਿਹੜਾ ਚੈਨਲ ਹੈ ਔਰ ਇਹ ਚੈਨਲ ਕਿਸੇ ਜਿਹੜਾ ਹੈ ਉਹ ਕਮਾਈ ਦੇ ਵਾਸਤੇ ਚੈਨਲ ਜਿਹੜਾ ਹੈ ਉਹ ਨਹੀਂ ਬਣਾਇਆ ਗਿਆ ਕਿਉਂਕਿ ਅੱਜ ਕੱਲ ਇੱਕ ਬਹੁਤ ਜਿਹੜਾ ਹੈ ਉਹ ਟ੍ਰੈਂਡ ਚੱਲ ਰਿਹਾ ਕਿ ਲੋਕ ਕਹਿੰਦੇ ਆਪਣਾ ਚੈਨਲ ਬਣਾ ਲਓ ਤੇ ਜਿਹੜੀ ਆ ਉਹ ਇਨਕਮ ਆਉਣੀ ਸ਼ੁਰੂ ਹੋ ਜਾਵੇਗੀ। ਉਹ ਬਹੁਤ ਮਿਹਨਤਾਂ ਜਿਹੜੀਆਂ ਕਰਨੀਆਂ ਪੈਂਦੀਆਂ ਨੇ ਇਹੋ ਜਿਹੇ ਕੰਮਾਂ ਦੇ ਵਾਸਤੇ, ਪਰ ਇਹ ਜਿਹੜਾ ਚੈਨਲ ਹੈ ਉਹ ਆਪਾਂ ਕਿਸੇ ਕਮਾਈ ਦੇ ਵਾਸਤੇ ਨਹੀਂ, ਇਹ ਚੈਨਲ ਆਪਾਂ ਆਪਣੇ ਸਮਾਜ ਦੀ ਜਿਹੜੀ ਹੈ ਆਪਣੇ ਗੁਰੂਆਂ ਦੀ ਜਿਹੜੀ ਬਾਣੀ ਹੈ ਉਹਨੂੰ ਪ੍ਰਚਾਰਨ ਦੇ ਵਾਸਤੇ ਸਮਾਜ ਦੇ ਵਿੱਚ ਔਰ ਆਪਣੇ ਸਮਾਜ ਦੀ ਜਿਹੜੀ ਹੈ ਉਹ ਗੱਲ ਕਰਨ ਦੇ ਵਾਸਤੇ ਇਹ ਜਿਹੜਾ ਚੈਨਲ ਹੈ ਉਹ ਬਣਾਇਆ ਹੈ ਤਾਂ ਕਿ ਆਪਾਂ ਆਪਣੇ ਸਮਾਜ ਦੀ ਜਿਹੜੀ ਗੱਲਬਾਤ ਹੈ, ਆਪਣੇ ਸਮਾਜ ਦੀਆਂ ਸਮੱਸਿਆਵਾਂ ਨੇ ਜੋ ਜਾਂ ਸਾਡੇ ਰਹਿਬਰਾਂ ਦੀ ਜਿਹੜੀ ਗੱਲਬਾਤ ਹੈ ਉਹਨੂੰ ਆਪਾਂ ਲੋਕਾਂ ਤੱਕ ਪਹੁੰਚਦਾ ਕਰ ਸਕੀਏ। ਕਿਉਂਕਿ ਆਪਾਂ ਨੂੰ ਪਤਾ ਅਗਰ ਆਪਾਂ ਦੂਸਰੇ ਮੀਡੀਆ ਤੇ ਜਾਂਦੇ ਹਾਂ ਤੇ ਉੱਥੇ ਵੀ ਸਾਨੂੰ ਜਿਹੜਾ ਹੈ ਉਹਨਾਂ ਨੂੰ ਪੈਸੇ ਵੀ ਦਿੰਦੇ ਹਾਂ ਤੇ ਫਿਰ ਆਪਣਾ ਪ੍ਰਚਾਰ ਜਿਹੜਾ ਹੈ ਉਹ ਵੀ ਆਪਾਂ ਆਪਣੀ ਮਰਜ਼ੀ ਦੇ ਮੁਤਾਬਕ ਜਿਹੜਾ ਹੈ ਉਹ ਨਹੀਂ ਕਰ ਸਕਦੇ। ਇਸ ਕਰਕੇ VSS ਟੀਮ ਨੇ ਜਿਹੜਾ ਹੈ ਇਹ ਡਿਸੀਜਨ ਲਿਆ ਸੀ ਕਿ ਕਿਉਂ ਨਾ ਆਪਾਂ ਆਪਣਾ ਹੀ ਇੱਕ ਚੈਨਲ ਜਿਹੜਾ ਹੈ ਉਹ ਸ਼ੁਰੂ ਕਰੀਏ ਜਿਸ ਦੇ ਜ਼ਰੀਏ ਆਪਾਂ ਆਪਣੇ ਸਮਾਜ ਦੀ ਜਿਹੜੀ ਹੈ ਉਹ
ਨਿਡਰ ਜਿਹੜੀ ਹੈ ਉਹ ਗੱਲ ਵੀ ਕਰ ਸਕਾਂਗੇ, ਔਰ ਆਪਣੇ ਰਹਿਬਰਾਂ ਦੀਆਂ ਜੋ ਸਾਡੇ ਸਮਾਜ ਨੂੰ, ਇਸ ਦੁਨੀਆ ਨੂੰ ਜੋ ਦੇਣ ਹੈ, ਉਹਦੇ ਬਾਰੇ ਵੀ ਜਿਹੜੀ ਹੈ ਉਹ ਆਪਾਂ ਖੁੱਲ੍ਹ ਕੇ ਗੱਲਬਾਤ ਕਰ ਸਕਦੇ ਹਾਂ। ਸੋ ਇਸ ਕਰਕੇ ਸਾਰੇ ਹੀ ਸਮਾਜ ਨੂੰ ਜਿਹੜੀ ਹੈ ਉਹ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਚੈਨਲ ਦਾ ਜ਼ਰੂਰ ਸਾਥ ਦੇਵੋ। ਬਹੁਤ ਸਾਰੇ ਸੂਝਵਾਨ ਵਿਦਵਾਨ ਭੈਣ ਭਰਾ ਨੇ ਆਪਣੇ ਸਮਾਜ ਦੇ ਵਿੱਚ, ਜਿਹੜੇ ਕਿ ਆਪਣੇ ਰਹਿਬਰਾਂ ਦੀ ਜਿਹੜੀ ਹੈ ਉਹਨਾਂ ਦੀ ਜੀਵਨੀ, ਉਹਨਾਂ ਦੀਆਂ ਸਿੱਖਿਆਵਾਂ ਬਾਰੇ ਜਿਹੜੇ ਆ ਜਾਣਕਾਰੀ ਰੱਖਦੇ ਨੇ। ਤੁਸੀਂ ਉਸ ਜਾਣਕਾਰੀ ਨੂੰ ਜਿਹੜਾ ਹੈ ਉਹ ਲੋਕਾਂ ਤੱਕ ਜ਼ਰੂਰ ਪਹੁੰਚਦੀ ਕਰੋ, ਔਰ ਉਹ ਵਿਸ਼ਾ ਆਪਾਂ ਜਿਹੜਾ ਹੈ ਉਹ ਜ਼ਰੀਆ ਜਿਹੜਾ ਹੈ ਉਹ ਆਪਾਂ VSS ਆਨਲਾਈਨ ਟੀਵੀ ਚੈਨਲ ਜਿਹੜਾ ਹੈ ਇਹਦੇ ਜ਼ਰੀਏ ਆਪਾਂ ਤੁਹਾਡੀ ਨੌਲੇਜ, ਤੁਹਾਡਾ ਗਿਆਨ ਜਿਹੜਾ ਹੈ ਉਹ ਪੂਰੀ ਦੁਨੀਆ ਦੇ ਵਿੱਚ ਆਪਾਂ ਪਹੁੰਚਦਾ ਜਿਹੜਾ ਹੈ ਉਹ ਜ਼ਰੂਰ ਕਰਾਂਗੇ। ਸੋ ਉਮੀਦ ਕਰਦਾ ਹਾਂ ਕਿ ਇਸ ਬੇਨਤੀ ਨੂੰ ਆਪ ਸਾਰੇ ਜ਼ਰੂਰ ਸਵੀਕਾਰ ਕਰੋਗੇ। ਔਰ ਹੁਣ ਵਧਦੇ ਹਾਂ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵੱਲ। ਜਿਸ ਤਰ੍ਹਾਂ ਆਪ ਸਾਰਿਆਂ ਨੂੰ ਪਤਾ ਹੈ ਕਿ ਅੰਮ੍ਰਿਤ ਵਰਖਾ ਮਹਿਮਾ ਭਗਵਾਨ ਵਾਲਮੀਕੀ ਜੀ ਦੀ ਇਸ ਪ੍ਰੋਗਰਾਮ ਦਾ ਖਾਸ ਕਰ ਵਿਸ਼ਾ ਜਿਹੜਾ ਹੈ ਉਹ ਪਾਵਨ ਸ਼੍ਰੀ ਯੋਗ ਸ਼ਿਸ਼ ਦੇ ਵਿੱਚੋਂ ਹੀ ਹੁੰਦਾ ਹੈ। ਔਰ ਨਾਲ ਹੀ ਨਾਲ ਜਦੋਂ ਕਿਤੇ ਕੋਈ ਸਮਾਂ, ਕੋਈ ਦਿਨ ਜਾਂ ਕੋਈ ਉਹੋ ਜਿਹਾ ਤਿਉਹਾਰ ਆਉਂਦੇ ਨੇ ਤਾਂ ਉਸ ਵਕਤ ਆਪਾਂ ਜਿਹੜਾ ਹੈ ਉਸ ਸਮੇਂ ਦੇ ਮੁਤਾਬਕ ਵੀ ਜਿਹੜੀ ਹੈ ਆਪਣੇ ਪ੍ਰੋਗਰਾਮਾਂ ਦੇ ਵਿੱਚ ਗੱਲਬਾਤ ਕਰਦੇ ਹਾਂ। ਪਰ ਜ਼ਿਆਦਾ ਤੋਂ ਜ਼ਿਆਦਾ ਜਿਹੜੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਹੈ, ਕਿਉਂਕਿ ਪ੍ਰੋਗਰਾਮ ਦਾ ਨਾਮ ਹੀ ਇਹੀ ਹੈ ਅੰਮ੍ਰਿਤ ਵਰਖਾ ਮਹਿਮਾ ਭਗਵਾਨ ਵਾਲਮੀਕੀ ਜੀ ਦੀ, ਇਸ ਕਰਕੇ ਇੱਥੇ ਇਸ ਪ੍ਰੋਗਰਾਮ ਦੇ ਵਿੱਚ ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਦੀਆਂ ਸਿੱਖਿਆਵਾਂ ਤੇ ਹੀ ਜਿਹੜੀ ਹੈ ਉਹ ਜ਼ਿਆਦਾ ਗੱਲਬਾਤ ਕੀਤੀ ਜਾਂਦੀ ਹੈ। ਔਰ ਕੋਸ਼ਿਸ਼ ਹਮੇਸ਼ਾ ਇਹੀ ਰਹਿੰਦੀ ਹੈ ਕਿ ਉਹਨਾਂ ਦੀ ਬਾਣੀ ਦੇ ਵਿੱਚੋਂ ਜੋ ਉਹਨਾਂ ਦੇ ਵਿਚਾਰ ਨੇ, ਜੋ ਉਹਨਾਂ ਨੇ ਇਨਸਾਨੀਅਤ ਦੇ ਵਾਸਤੇ ਜੋ ਆਪਣੇ ਵਿਚਾਰ ਲੋਕਾਂ ਨੂੰ ਦੱਸੇ ਨੇ ਕਿ ਕਿਸ ਤਰੀਕੇ ਦੀ ਜ਼ਿੰਦਗੀ ਜਿਹੜੀ ਹੈ ਉਹ ਜੀਣੀ ਹੈ, ਕਿਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਅੱਗੇ ਵਧਣਾ ਹੈ ਆਪਣੀ ਜ਼ਿੰਦਗੀ ਦੇ ਵਿੱਚ, ਉਹਨਾਂ ਵਿਚਾਰਾਂ ਨੂੰ ਜਿਹੜਾ ਹੈ ਉਹ ਆਪਾਂ ਆਪਣੇ ਭੈਣ ਭਰਾਵਾਂ ਤੱਕ, ਆਮ ਲੋਕਾਂ ਤੱਕ ਜਿਹੜਾ ਹੈ ਉਹ ਪਹੁੰਚਦਾ ਕਰੀਏ। ਔਰ ਖੁਦ ਕੋਸ਼ਿਸ਼ ਕਰੀਦੀ ਹੈ ਕਿ ਪਾਵਨ ਸ਼੍ਰੀ ਯੋਗ ਸ਼ਿਸ਼ ਨੂੰ ਪੜ੍ਹ ਕੇ ਉਹਦੇ ਵਿੱਚੋਂ ਵਿਚਾਰ ਜਿਹੜੇ ਹੈ ਉਹ ਸਾਰਿਆਂ ਦੇ ਨਾਲ ਸਾਂਝੇ ਕਰੀਏ। ਜਿਸ ਤਰ੍ਹਾਂ ਪਿਛਲੇ ਹਫਤੇ ਦਾ ਆਪਣਾ ਪ੍ਰੋਗਰਾਮ ਸੀ ਪੁਰਸ਼ਾਰਥ ਹੀ ਦੈਵ ਹੈ, ਇਸ ਵਿਸ਼ੇ ਤੇ ਆਪਾਂ ਜਿਹੜੇ ਹੈ ਉਹ ਵਿਚਾਰ ਸਾਰਿਆਂ ਦੇ ਨਾਲ ਸਾਂਝੇ ਕੀਤੇ ਸਨ। ਸੋ ਉਸੇ ਹੀ ਤਰ੍ਹਾਂ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਵੀ ਪਾਵਨ ਸ਼੍ਰੀ ਯੋਗ ਸ਼ਿਸ਼ ਦੇ ਵਿੱਚੋਂ ਹੀ ਹੈ। ਔਰ ਅੱਜ ਦਾ ਵਿਸ਼ਾ ਜਿਹੜਾ ਹੈ ਉਹ ਵਿਸ਼ਾ ਮੋਕਸ਼ ਦੇ ਬਾਰੇ ਹੈ। ਜ਼ਿਆਦਾ ਜਿਹੜੀ ਗੱਲਬਾਤ ਉਹ ਮੋਕਸ਼ ਦੀ ਐਕਚੁਅਲ ਦੇ ਵਿੱਚ ਨਹੀਂ, ਮੋਕਸ਼ ਦੁਆਰ ਦੇ ਜਿਹੜੇ 4 ਦੁਆਰ ਨੇ, ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ 4 ਦੁਆਰਾਂ ਤੇ ਜਿਹੜੀ ਹੈ 4 ਦਰਵਾਜ਼ਿਆਂ ਤੇ ਜਿਹੜੀ ਹੈ ਉਹ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ। ਉਹ ਮੋਕਸ਼ ਦੇ 4 ਦਰਵਾਜ਼ੇ ਜਿਹੜੇ ਹੈ, ਉਹ 4 ਦੁਆਰ ਜਿਹੜੇ ਹੈ ਉਹ ਕਿਹੜੇ ਨੇ। ਜਿਸ ਤਰ੍ਹਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਇੱਕ ਮਹਿਲ ਜਿਹੜਾ ਹੈ ਉਹਦੀ ਸਿਰਜਣਾ ਕੀਤੀ ਹੈ। ਉਹ ਮਹਿਲ ਕਿਹੜਾ ਹੈ? ਉਹ ਮੋਕਸ਼ ਰੂਪੀ ਜਿਹੜਾ ਹੈ ਉਹ ਮਹਿਲ ਹੈ। ਔਰ ਉਸ ਮਹਿਲ ਦੇ ਅੰਦਰ ਪ੍ਰਵੇਸ਼ ਕਰਨ ਦੇ ਵਾਸਤੇ ਉਹਨਾਂ ਨੇ ਦੱਸਿਆ ਕਿ ਇਸ ਮਹਿਲ ਦੇ ਜਿਹੜੇ ਹੈ ਉਹ 4 ਦਰਵਾਜ਼ੇ ਨੇ। ਔਰ ਇਹਨਾਂ ਚਾਰਾਂ ਦੇ ਵਿੱਚੋਂ ਉਹਨਾਂ ਨੇ ਦੱਸਿਆ ਕਿ ਇਨਸਾਨ ਕੋਈ ਵੀ ਇੱਕ ਦਰਵਾਜ਼ਾ ਜਿਹੜਾ ਹੈ ਉਹ ਚੂਜ਼ ਕਰ ਲਵੇ, ਕੋਈ ਵੀ ਇੱਕ ਦਰਵਾਜ਼ਾ ਜਿਹੜਾ ਹੈ ਉਹਦੇ ਤੇ ਚੱਲ ਲਵੇ, ਉਸ ਦਰਵਾਜ਼ੇ ਦੇ ਜ਼ਰੀਏ ਜਿਹੜਾ ਹੈ ਉਸ ਮਹਿਲ ਰੂਪੀ ਮੋਕਸ਼ ਰੂਪੀ ਮਹਿਲ ਦੇ ਵਿੱਚ ਜਿਹੜਾ ਹੈ ਇਨਸਾਨ ਪ੍ਰਵੇਸ਼ ਕਰ ਸਕਦਾ ਹੈ। ਔਰ ਉਹ 4 ਦਰਵਾਜ਼ੇ ਜਿਹੜੇ ਹੈ ਉਹ ਕੀ ਨੇ? ਉਧਰ ਜਾਣ ਤੋਂ ਪਹਿਲਾਂ ਆਪਾਂ ਥੋੜੀ ਜਿਹੀ ਜਿਹੜੀ ਹੈ ਉਹ ਥੋੜੀ ਸ਼ੁਰੂ ਤੋਂ ਜਿਹੜੀ ਹੈ ਉਹ ਗੱਲ ਕਰਾਂਗੇ, ਕਿਉਂਕਿ ਜਦੋਂ ਭਾਰਦਵਾਜ ਜੀ ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਨੂੰ ਸਵਾਲ ਕਰਦੇ ਆ, ਸਵਾਲ ਪੁੱਛਦੇ ਨੇ ਕਿ ਹੇ ਪ੍ਰਮਾਤਮਾ, ਹੇ ਗੁਰੂ ਜੀ, ਕਿਰਪਾ ਕਰਕੇ ਮੈਨੂੰ ਇਹ ਦੱਸੋ ਕਿ ਮੋਕਸ਼ ਕੀ ਹੈ। ਔਰ ਇਹਦਾ ਜਵਾਬ ਜਦੋਂ ਭਗਵਾਨ ਵਾਲਮੀਕੀ ਮਹਾਰਾਜ ਭਾਰਦਵਾਜ ਜੀ ਨੂੰ ਦੱਸਦੇ ਆ, ਮੈਂ ਇੱਥੇ ਥੋੜੀ ਜਿਹੀ ਇੱਕ ਵਿਚਾਰ ਥੋੜੇ ਜਿਹੇ ਸਾਰੇ ਭੈਣਾਂ ਭਰਾਵਾਂ ਦੇ ਨਾਲ ਸਾਂਝੇ ਕਰਨਾ ਚਾਹਾਂਗਾ। ਆਪਣੇ ਦਿਲ ਦੇ ਜਿਹੜੀ ਜਦੋਂ ਯੋਗ ਸ਼ਿਸ਼ ਨੂੰ ਪੜ੍ਹਦੇ ਆ ਔਰ ਉਸ ਬਾਣੀ ਦੇ ਵਿੱਚ ਭਾਰਦਵਾਜ ਜੀ ਔਰ ਭਗਵਾਨ ਵਾਲਮੀਕੀ ਮਹਾਰਾਜ ਦੇ ਜਿਹੜੇ ਸਵਾਲ ਜਵਾਬ ਜਿਹੜੇ ਹੈਗੇ ਆ, ਜਦੋਂ ਵੀ ਭਾਰਦਵਾਜ ਜੀ ਸਵਾਲ ਕਰਦੇ ਆ ਤੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਦਾ ਜਿਹੜੀ ਪਹਿਲੀ ਲਾਈਨ ਜਿਹੜੀ ਉਹਨਾਂ ਦੀ ਜਵਾਬ ਦੀ ਹੁੰਦੀ ਹੈ, ਬੜੀ ਹੈਰਾਨੀ ਜਿਹੜੀ ਹੁੰਦੀ ਹੈ ਉਹ ਜਵਾਬ ਸੁਣ ਕੇ,
ਕਿਉਂਕਿ ਜਿਹੜਾ ਸਿੱਧਾ ਇੱਕ ਲਾਈਨ ਦੇ ਵਿੱਚ ਜਿਹੜਾ ਉਹਨਾਂ ਨੇ ਜਵਾਬ ਦਿੱਤਾ ਹੁੰਦਾ, ਉਹ ਬੜਾ ਜਿਹੜਾ ਹੈ ਹੈਰਾਨ ਕਰਨ ਵਾਲਾ ਹੁੰਦਾ ਹੈ ਇਨਸਾਨ ਨੂੰ। ਪਰ ਜਦੋਂ ਉਸ ਇੱਕ ਲਾਈਨ ਦੇ ਆਨਸਰ ਨੂੰ ਸਮਝਣ ਦੇ ਵਾਸਤੇ ਉਹ ਫਿਰ ਕੁਝ ਕਹਾਣੀਆਂ ਵੀ ਦੱਸਦੇ ਨੇ, ਔਰ ਉਹਨੂੰ ਬਿਲਕੁਲ ਇਸ ਤਰੀਕੇ ਦੇ ਨਾਲ ਭਗਵਾਨ ਵਾਲਮੀਕੀ ਮਹਾਰਾਜ ਐਕਸਪਲੇਨ ਕਰਦੇ ਕਿ ਆਮ ਇਨਸਾਨ ਜਿਹੜਾ ਹੈ ਉਹਨੂੰ ਸਮਝ ਸਕੇ। ਸੋ ਗੱਲ ਕਰਦੇ ਹਾਂ ਕਿ ਜਦੋਂ ਭਾਰਦਵਾਜ ਜੀ ਨੇ ਪੁੱਛਿਆ ਕਿ ਹੇ ਪ੍ਰਮਾਤਮਾ, ਹੇ ਗੁਰੂ ਜੀ, ਕਿਰਪਾ ਕਰਕੇ ਮੈਨੂੰ ਇਹ ਜ਼ਰੂਰ ਦੱਸੋ ਕਿ ਮੋਕਸ਼ ਕੀ ਹੈ। ਤਾਂ ਉਹਨਾਂ ਦਾ ਜਿਹੜਾ ਇੱਕ ਲਾਈਨ ਦੇ ਵਿੱਚ ਜਵਾਬ ਸੀ, ਉਹਨਾਂ ਨੇ ਕਿਹਾ ਕਿ ਮੋਕਸ਼ ਜਿਹੜਾ ਹੈ ਉਹ ਕੁਝ ਵੀ ਨਹੀਂ ਹੈ। ਜਦੋਂ ਇਹ ਗੱਲ ਪਾਵਨ ਯੋਗਸ਼ੀਸ਼ ਦੇ ਵਿੱਚੋਂ ਸਵਾਲ ਦਾ ਜਦੋਂ ਜਵਾਬ ਪੜਿਆ ਕਿ ਮੋਕਸ਼ ਕੁਝ ਵੀ ਨਹੀਂ ਹੈ, ਤਾਂ ਬੜੇ ਮਨ ਦੇ ਵਿੱਚ ਸਵਾਲ ਜਿਹੜੇ ਉਹ ਸ਼ੁਰੂ ਹੋ ਗਏ ਕਿ ਦੁਨੀਆ ਮੋਕਸ਼ ਬਾਰੇ ਜਿਹੜੀ ਗੱਲਬਾਤ ਕਰਦੇ, ਇੰਨੇ ਸੰਤ ਮਹਾਂਪੁਰਸ਼ ਮੋਕਸ਼ ਦੀ ਗੱਲ ਕਰਦੇ, ਪਰ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਇੱਕ ਲਾਈਨ ਦੇ ਵਿੱਚ ਜਿਹੜੀ ਗੱਲ ਖਤਮ ਕਰ ਦਿੱਤੀ ਕਿ ਮੋਕਸ਼ ਕੁਝ ਵੀ ਨਹੀਂ ਹੈ। ਫਿਰ ਜਦੋਂ ਅੱਗੇ ਐਕਸਪਲੇਨ ਕਰਦੇ ਤਾਂ ਫਿਰ ਉਹਨਾਂ ਦੇ ਜਿਹੜੇ ਆ ਜਵਾਬ ਦਾ ਜਿਹੜਾ ਸਹੀ ਤਰੀਕੇ ਨਾਲ ਪਤਾ ਲੱਗਦਾ, ਔਰ ਅੱਗੇ ਉਹ ਭਾਰਦਵਾਜ ਜੀ ਨੂੰ ਦੱਸਦੇ ਕਿ ਇਹ ਪੁੱਤਰ, ਮੋਕਸ਼ ਉਹਨਾਂ ਲੋਕਾਂ ਦੇ ਵਾਸਤੇ ਹੈ ਜੋ ਲੋਕ ਕਿਸੇ ਬੰਧਨ ਦੇ ਵਿੱਚ ਨੇ। ਮੋਕਸ਼ ਦੀ ਵੈਲਿਊ ਜਿਹੜੀ ਹੈ, ਉਹਨਾਂ ਨੇ ਕਿਹਾ ਕਿ ਜਿਹੜੇ ਲੋਕ ਬੰਧਨ ਦੇ ਵਿੱਚ ਨੇ, ਮੋਕਸ਼ ਉਹਨਾਂ ਦੇ ਵਾਸਤੇ ਹੈ। ਜੋ ਲੋਕ ਪਹਿਲਾਂ ਹੀ ਕਿਸੇ ਬੰਧਨ ਦੇ ਵਿੱਚ ਨਹੀਂ ਆ, ਮੋਕਸ਼ ਉਹਨਾਂ ਦੇ ਵਾਸਤੇ ਕੁਝ ਵੀ ਨਹੀਂ ਹੈ। ਭਾਵ ਉਹਨਾਂ ਨੇ ਦੱਸਿਆ ਕਿ ਅਗਰ ਤੁਸੀਂ ਮੋਕਸ਼ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੇਖਣਾ ਪਵੇਗਾ ਕਿ ਤੁਹਾਡੇ ਬੰਧਨ ਕੀ ਨੇ, ਤੁਹਾਨੂੰ ਮੁਕਤੀ ਜਿਹੜੀ ਹੈ ਉਹ ਕਿਸ ਚੀਜ਼ ਤੋਂ ਚਾਹੀਦੀ ਹੈ। ਫਿਰ ਤੁਸੀਂ ਮੋਕਸ਼ ਦੇ ਬਾਰੇ ਜਿਹੜਾ ਹੈ ਉਹ ਸਮਝ ਸਕਦੇ ਹੋ। ਅਗਰ ਤੁਸੀਂ ਕਿਸੇ ਬੰਧਨ ਦੇ ਵਿੱਚ ਹੀ ਨਹੀਂ ਹੋ ਤਾਂ ਫਿਰ ਤੁਹਾਡੇ ਵਾਸਤੇ ਮੋਕਸ਼ ਜਿਹੜਾ ਹੈ ਉਹ ਕੁਝ ਵੀ ਨਹੀਂ ਹੈ। ਪਰ ਉਹਨਾਂ ਦੇ ਜਵਾਬ ਤੋਂ ਜਦੋਂ ਆਪਾਂ ਆਪਣੀ ਲਾਈਫ, ਆਪਣੀ ਜ਼ਿੰਦਗੀ ਦੇ ਵਿੱਚ ਝਾਤ ਮਾਰਦੇ ਹਾਂ, ਤੇ ਅਸੀਂ ਤਾਂ ਸਾਧ ਸੰਗਤ ਜੀ ਪੈਰ ਤੇ ਜਿਹੜਾ ਹੈ ਉਹ ਵੱਜੇ ਹੋਏ ਹਾਂ। ਇਸ ਕਰਕੇ ਸਾਡੇ ਵਾਸਤੇ, ਅੱਜ ਦੇ ਇਨਸਾਨ ਦੇ ਵਾਸਤੇ ਤਾਂ ਮੋਕਸ਼ ਦੀ ਜਿਹੜੀ ਹੈ, ਜੋ ਮੁਕਤੀ ਜਿਹੜੀ ਹੈ, ਉਹਦੀ ਵੈਲਿਊ ਜਿਹੜੀ ਹੈ ਉਹ ਬਹੁਤ ਜ਼ਿਆਦਾ ਹੈ। ਚਲੋ ਖੈਰ, ਇਸ ਵਿਸ਼ੇ ਤੇ ਆਪਾਂ ਇੱਕ ਪ੍ਰੋਗਰਾਮ ਜਿਹੜਾ ਹੈ ਉਹ ਜ਼ਰੂਰ ਕਰਾਂਗੇ, ਪਰ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਮੋਕਸ਼ ਦੇ ਜਿਹੜੇ 4 ਦੁਆਰ ਜਿਹੜੇ ਨੇ, ਆਪਾਂ ਉਹਨਾਂ ਦੇ ਬਾਰੇ ਗੱਲਬਾਤ ਕਰਨੀ ਹੈ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਔਰ ਉਹ ਮੋਕਸ਼ ਦੇ 4 ਦੁਆਰ ਜਿਹੜੇ ਆ ਉਹ ਕਿਹੜੇ ਨੇ? ਪਹਿਲਾ ਦੁਆਰ ਹੈ ਸਮ, ਦੂਸਰਾ ਸੰਤੋਖ, ਔਰ ਤੀਸਰਾ ਵਿਚਾਰ, ਔਰ ਚੌਥਾ ਜਿਹੜਾ ਦੁਆਰ ਹੈ ਉਹ ਹੈ ਸਾਧੂ ਸੰਗਤ, ਸਤਸੰਗ ਜਾਂ ਸਾਧੂ ਸੰਗਤ। ਇਹ ਜਿਹੜੇ 4 ਜਿਹੜੇ ਦੁਆਰ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਆਪਣੀ ਬਾਣੀ ਪਾਵਨ ਸ਼੍ਰੀ ਯੋਗਸ਼ੀਸ਼ ਦੇ ਅੰਦਰ ਦੱਸੇ ਨੇ ਕਿ ਇਹਨਾਂ 4 ਦਰਵਾਜ਼ਿਆਂ ਦੇ ਵਿੱਚੋਂ ਭਗਵਾਨ ਵਾਲਮੀਕੀ ਮਹਾਰਾਜ ਕਹਿੰਦੇ ਕਿ ਜੋ ਵੀ ਦਰਵਾਜ਼ਾ ਇਨਸਾਨ ਨੂੰ ਆਸਾਨ ਲੱਗਦਾ, ਜੋ ਦਰਵਾਜ਼ਾ ਇਨਸਾਨ ਨੂੰ ਸੌਖਾ ਲੱਗਦਾ, ਉਸ ਦਰਵਾਜ਼ੇ ਦੇ ਜ਼ਰੀਏ ਮੋਕਸ਼ ਰੂਪੀ ਮਹਿਲ ਦੇ ਵਿੱਚ ਜਿਹੜਾ ਇਨਸਾਨ ਹੈ ਉਹ ਪ੍ਰਵੇਸ਼ ਕਰ ਸਕਦਾ ਹੈ। ਔਰ ਇਹਨਾਂ 4 ਦਰਵਾਜ਼ਿਆਂ ਨੂੰ, ਭਾਵ ਸਮ, ਸੰਤੋਖ, ਵਿਚਾਰ ਔਰ ਸਤਸੰਗ ਨੂੰ, ਉਹਨਾਂ ਨੇ ਬੜੇ ਹੀ ਵਿਸ਼ਾਲ, ਬੜੇ ਸੌਖੇ ਤਰੀਕੇ ਦੇ ਨਾਲ ਇਨਸਾਨ ਨੂੰ ਸਮਝਾਇਆ ਹੈ ਕਿ ਸਮ ਕੀ ਹੈ, ਸੰਤੋਖ ਕੀ ਹੈ, ਵਿਚਾਰ ਕੀ ਹੈ ਔਰ ਸਤਸੰਗ ਕੀ ਹੈ। ਆਪਾਂ ਇਹਨਾਂ 4 ਵਿਸ਼ਿਆਂ ਤੇ ਜਿਹੜੀ ਹੈ ਉਹ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਨੀ ਹੈ। ਪਹਿਲਾ ਦਰਵਾਜ਼ਾ ਜਿਹੜਾ ਉਹਨਾਂ ਨੇ ਦੱਸਿਆ ਕਿ ਸਮ ਕੀ ਹੈ। ਸਮ ਦਾ ਭਾਵ ਉਹਨਾਂ ਨੇ ਦੱਸਿਆ, ਸਮ ਤੋਂ ਭਾਵ ਉਹਨਾਂ ਨੇ ਦੱਸਿਆ ਸ਼ਾਂਤੀ, ਭਾਵ ਇਨਸਾਨ ਦਾ ਸ਼ਾਂਤ ਹੋ ਜਾਣਾ ਜਿਹੜਾ ਹੈ, ਉਹਨਾਂ ਨੇ ਦੱਸਿਆ ਕਿ ਇਹੀ ਸਮ ਹੈ। ਜਦੋਂ ਅਸੀਂ ਆਪਾਂ ਆਪਣੀ ਆਮ ਜ਼ਿੰਦਗੀ ਦੇ ਵਿੱਚ ਵਿਚਰਦੇ ਹਾਂ ਜਾਂ ਆਮ ਲਫ਼ਜ਼ਾਂ ਦੇ ਵਿੱਚ, ਜ਼ਿਆਦਾਤਰ ਲੋਕ ਜਿਹੜੇ ਸਮ ਦੀ ਜਿਹੜੀ ਵਿਆਖਿਆ ਕਰਦੇ ਆ ਉਹ ਸਮਾਨਤਾ ਵੀ ਕਰਦੇ ਆ, ਬਰਾਬਰਤਾ ਦੀ ਵੀ ਕਰਦੇ ਹੈ। ਆਮ ਲਫ਼ਜ਼ਾਂ ਦੇ ਵਿੱਚ ਜ਼ਿਆਦਾਤਰ ਜਿਹੜਾ ਹੁਣ ਤੱਕ ਆਪਾਂ ਲੋਕਾਂ ਤੋਂ ਜਾਂ ਪ੍ਰਚਾਰਕਾਂ ਤੋਂ, ਮਾਫ ਕਰਨਾ, ਮੈਂ ਇੱਥੇ ਕਿਸੇ ਨੂੰ ਗਲਤ ਨਹੀਂ ਕਹਿ ਰਿਹਾ ਕਿ ਲੋਕ ਜਿਹੜਾ ਆ ਉਹ ਗਲਤ ਪ੍ਰਚਾਰ ਕਰਦੇ ਨੇ, ਮੈਂ ਸਿਰਫ ਐਗਜ਼ਾਮਪਲ ਦੇ ਤੌਰ ਤੇ ਦੱਸ ਰਿਹਾ ਕਿ ਆਪਾਂ ਹੁਣ ਤੱਕ ਜੋ ਸੁਣਦੇ ਆਏ ਹਾਂ ਕਿ ਸਮ ਦਾ ਭਾਵ ਹੈ ਬਰਾਬਰਤਾ, ਕਿ ਹਰ ਇਨਸਾਨ ਨੂੰ ਜਿਹੜਾ ਉਹ ਬਰਾਬਰ ਸਮਝਣਾ, ਹਰ ਜੀਵ ਨੂੰ ਬਰਾਬਰ ਸਮਝਣਾ, ਕਿਸੇ ਦੇ ਨਾਲ ਜਾਤ ਪਾਤ ਤੇ, ਰੰਗ ਰੂਪ ਤੇ ਜਾਂ ਅਮੀਰੀ ਗਰੀਬੀ ਤੇ ਜਿਹੜਾ ਭੇਦ ਨਹੀਂ ਕਰਨਾ, ਹਰ ਇਨਸਾਨ ਨੂੰ ਜਿਹੜਾ ਉਹ ਬਰਾਬਰ ਸਮਝਣਾ, ਇਨਸਾਨ ਨੂੰ ਇਨਸਾਨ ਸਮਝਣਾ। ਇਹੀ ਜਿਹੜੇ ਅਰਥ ਜ਼ਿਆਦਾਤਰ ਸਮ ਦੇ ਕੀਤੇ ਜਾਂਦੇ ਆ।
ਪਰ ਮੇਰੇ ਸਾਹਿਬ ਨੇ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਸਮ ਦਾ ਜਿਹੜਾ ਅਰਥ ਉਹਨੇ ਦੱਸਿਆ, ਇਹ ਸ਼ਾਂਤ ਹੋ ਜਾਣਾ। ਇਹ ਜਿਹੜੇ ਆਪਾਂ ਸਮ ਦੀ ਜਿਹੜੀ ਪਹਿਲੀ ਗੱਲ ਕੀਤੀ, ਇਹ ਹੈ ਬਾਹਰੀ, ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਵਿਚਰਦੇ ਹਾਂ, ਇਹ ਉਹਦੇ ਜਿਹੜੇ ਬਾਹਰੀ ਅਰਥ ਸਨ। ਪਰ ਜਦੋਂ ਆਪਾਂ ਇਹਨੂੰ ਡੀਪਲੀ ਦੇਖਦੇ ਹਾਂ ਤਾਂ ਮੇਰੇ ਪ੍ਰਮਾਤਮਾ ਨੇ ਇਹਨੂੰ ਬੜੇ ਅੱਛੇ ਤਰੀਕੇ ਦੇ ਨਾਲ ਦੱਸਿਆ ਕਿ ਸਮ ਕੀ ਹੈ। ਸਮ ਦਾ ਉਹਨਾਂ ਨੇ ਅਰਥ ਦੱਸਿਆ ਸ਼ਾਂਤ। ਭਗਵਾਨ ਵਾਲਮੀਕੀ ਮਹਾਰਾਜ ਕਹਿੰਦੇ ਕਿ ਹੇ ਜੀਵ, ਤੂੰ ਆਪਣੇ ਆਪ ਨੂੰ ਸਮ ਕਰ ਲੈ, ਭਾਵ ਸ਼ਾਂਤ ਕਰ ਲੈ, ਆਪਣੇ ਆਪ ਨੂੰ ਬਰਾਬਰ ਕਰ ਲੈ। ਉਹ ਬਰਾਬਰ ਕਿਸ ਤਰੀਕੇ ਦੇ ਨਾਲ ਕਰਨਾ, ਉਹਨਾਂ ਨੇ ਦੱਸਿਆ ਕਿ ਅਗਰ, ਕਿਉਂਕਿ ਇਹ ਜ਼ਿੰਦਗੀ ਜਿਹੜੀ ਹੈ, ਇੱਕ ਚੱਕਰ ਜਿਹੜਾ ਹੈ ਉਹ ਚੱਲਦਾ ਹੈ ਹਮੇਸ਼ਾ। ਇਹ ਜ਼ਿੰਦਗੀ ਜਿਹੜੀ ਹੈ ਕਦੇ ਵੀ ਰੁਕਦੀ ਨਹੀਂ। ਇਸ ਜ਼ਿੰਦਗੀ ਦੇ ਵਿੱਚ ਬੜੀ ਵਾਰੀ ਜਿਹੜੇ ਹੈ ਉਹ ਮੁਸ਼ਕਲਾਂ ਵੀ ਆਉਂਦੀਆਂ, ਉਹਨਾਂ ਮੁਸ਼ਕਲਾਂ ਦੇ ਹੱਲ ਵੀ ਹੋ ਜਾਂਦੇ। ਜ਼ਿੰਦਗੀ ਦੇ ਵਿੱਚ ਖੁਸ਼ੀਆਂ ਵੀ ਆਉਂਦੀਆਂ, ਜ਼ਿੰਦਗੀ ਦੇ ਵਿੱਚ ਦੁੱਖ ਵੀ ਆਉਂਦੇ। ਉਹਨਾਂ ਨੇ ਦੱਸਿਆ ਕਿ ਇਹ ਜ਼ਿੰਦਗੀ ਜਿਹੜੀ ਹੈ ਇਹ ਅਚਲ ਹੈ, ਇੱਥੇ ਕੋਈ ਵੀ ਚੀਜ਼ ਜਿਹੜੀ ਹੈ ਉਹ ਰੁਕਦੀ ਨਹੀਂ। ਬਿਲਕੁਲ ਆਪਾਂ ਨੂੰ ਵੀ ਪਤਾ ਹੁਣ ਇਸ ਗੱਲ ਦਾ ਲੱਗ ਚੁੱਕਾ ਕਿ ਆਪਾਂ ਆਪਣੀ ਜ਼ਿੰਦਗੀ ਜਿਉਂਦੇ ਹਾਂ, ਆਮ ਦੁਨੀਆ ਦੇ ਵਿੱਚ ਜਦੋਂ ਦੇਖਦੇ ਹਾਂ ਕਿ ਬਿਲਕੁਲ ਜ਼ਿੰਦਗੀ ਜਿਹੜੀ ਹੈ ਇਹ ਚੱਲਦੀ ਰਹਿੰਦੀ ਹੈ, ਇੱਥੇ ਕੁਝ ਵੀ ਜਿਹੜਾ ਹੈ ਉਹ ਰੁਕਦਾ ਨਹੀਂ ਹੈ। ਇਸ ਕਰਕੇ ਉਹਨਾਂ ਨੇ ਕਿਹਾ ਕਿ ਹੇ ਜੀਵ, ਤੂੰ ਆਪਣੇ ਆਪ ਨੂੰ ਸਮ ਕਰ। ਸਮ ਕਰ ਭਾਵ ਆਪਣੇ ਆਪ ਨੂੰ ਸ਼ਾਂਤ ਕਰ ਲੈ, ਅੰਦਰੋਂ ਵੀ ਔਰ ਬਾਹਰੋਂ ਵੀ। ਸਾਧ ਸੰਗਤ ਜੀ, ਇੱਥੇ ਫਿਰ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਕਿ ਬਾਹਰੀ ਜਿਹੜੀ ਸਮ ਦੀ ਗੱਲ ਆਪਾਂ ਹਮੇਸ਼ਾ ਕਰਦੇ ਰਹੇ ਹਾਂ ਕਿ ਬਾਹਰੀ ਇੱਕ ਦੂਸਰੇ ਨੂੰ, ਆਮ ਲੋਕਾਂ ਨੂੰ ਜਿਹੜਾ ਆਪਾਂ ਕਦੀ ਭੇਦਭਾਵ ਨਹੀਂ ਕਰਨਾ, ਹਰ ਜੀਵ ਨੂੰ ਜਿਹੜਾ ਹਮੇਸ਼ਾ ਬਰਾਬਰ ਸਮਝਣਾ। ਪਰ ਇੱਥੇ ਪ੍ਰਮਾਤਮਾ ਵਾਲਮੀਕੀ ਮਹਾਰਾਜ ਕਹਿੰਦੇ ਕਿ ਹੇ ਜੀਵ, ਤੂੰ ਆਪਣੇ ਆਪ ਨੂੰ ਬਾਹਰੋਂ ਵੀ ਔਰ ਆਪਣੇ ਆਪ ਨੂੰ ਅੰਦਰੋਂ ਵੀ ਜਿਹੜਾ ਹੈ ਉਹ ਸਮ ਕਰਨਾ ਹੈ। ਉਹ ਸਮ ਕਿਸ ਤਰੀਕੇ ਦੇ ਨਾਲ ਕਰਨਾ ਹੈ ਕਿ ਭਾਵ ਅਗਰ ਜ਼ਿੰਦਗੀ ਦੇ ਵਿੱਚ ਸਾਨੂੰ ਕੋਈ ਖੁਸ਼ੀ ਮਿਲਦੀ ਹੈ ਤਾਂ ਉਸ ਖੁਸ਼ੀ ਦੇ ਵਿੱਚ ਇੰਨੇ ਰੁੱਝ ਨਹੀਂ ਜਾਣਾ ਕਿ ਅਸੀਂ ਇਹ ਭੁੱਲ ਹੀ ਜਾਈਏ ਕਿ ਜੇ ਕੱਲ ਸਾਡੇ ਦੇ ਕੋਲ ਕੋਈ ਦੁੱਖ ਸੀ, ਅਗਰ ਉਹ ਦੁੱਖ ਨਹੀਂ ਟਿਕੇ ਤੇ ਇਹ ਖੁਸ਼ੀ ਵੀ ਜਿਹੜੀ ਹੈ ਇਹ ਟਿਕੇਗੀ ਨਹੀਂ। ਉਸ ਖੁਸ਼ੀ ਦੇ ਵਿੱਚ ਆਪਣੇ ਆਪ ਨੂੰ ਭੁੱਲ ਨਹੀਂ ਜਾਣਾ ਕਿ ਮੈਂ ਪਤਾ ਨਹੀਂ ਹੁਣ ਕੀ ਹੋ ਗਿਆ, ਜਾਂ ਇਹ ਖੁਸ਼ੀ ਜਿਹੜੀ ਹੈ ਸਦੀਵੀ ਰਹੇਗੀ ਤੇ ਮੈਂ ਹੁਣ ਹਮੇਸ਼ਾ ਜਿਹੜਾ ਆ ਉਹ ਇਸੇ ਹੀ ਤਰ੍ਹਾਂ ਖੁਸ਼ ਹੀ ਰਵਾਂਗਾ। ਨਹੀਂ, ਭਗਵਾਨ ਵਾਲਮੀਕੀ ਮਹਾਰਾਜ ਦੱਸਦੇ ਕਿ ਆਪਣੇ ਆਪ ਨੂੰ ਉਸ ਅਵਸਥਾ ਦੇ ਵਿੱਚ ਰੱਖਣਾ ਕਿ ਅਗਰ ਦੁਨਿਆਵੀ ਤੌਰ ਤੇ ਕੋਈ ਖੁਸ਼ੀ ਵੀ ਮਿਲਦੀ ਹੈ, ਉਸ ਖੁਸ਼ੀ ਨੂੰ ਮਹਿਸੂਸ ਜ਼ਰੂਰ ਕਰਨਾ ਹੈ, ਪਰ ਆਪਣੀ ਅਵਸਥਾ ਜਿਹੜੀ ਹੈ, ਆਪਣੇ ਮਨ ਦੀ ਅਵਸਥਾ ਜਿਹੜੀ ਹੈ, ਉਹਨੂੰ ਹਮੇਸ਼ਾ ਸ਼ਾਂਤ ਰੱਖਣਾ ਹੈ। ਇਸ ਗੱਲ ਦੇ ਹਮੇਸ਼ਾ ਯਾਦ ਰੱਖਣਾ ਹੈ ਕਿ ਜਿਸ ਤਰੀਕੇ ਦੇ ਨਾਲ ਦੁੱਖ ਆਵੇਗਾ ਉਹ ਨਹੀਂ ਠਹਿਰੇਗਾ, ਉਸੇ ਤਰੀਕੇ ਦੇ ਨਾਲ ਅਗਰ ਇਹ ਖੁਸ਼ੀ ਆਈ ਹੈ ਤਾਂ ਇਹ ਖੁਸ਼ੀ ਵੀ ਜਿਹੜੀ ਹੈ ਉਹ ਜ਼ਿਆਦਾ ਦੇਰ ਠਹਿਰੇਗੀ ਨਹੀਂ। ਔਰ ਨਾਲ ਹੀ ਨਾਲ ਉਹਨਾਂ ਨੇ ਇਹ ਵੀ ਗੱਲ ਦੱਸੀ ਕਿ ਅਗਰ ਕੋਈ ਦੁੱਖ, ਕੋਈ ਤਕਲੀਫ ਜ਼ਿੰਦਗੀ ਦੇ ਵਿੱਚ ਆਉਂਦੀ ਹੈ ਤਾਂ ਉਸ ਦੁੱਖ ਦੇ ਵਿੱਚ ਇੰਨੇ ਜ਼ਿਆਦਾ ਡੁੱਬ ਨਹੀਂ ਜਾਣਾ ਕਿ ਤੁਸੀਂ ਆਪਣੀ ਜ਼ਿੰਦਗੀ ਜਿਉਣੀ ਜਿਹੜੀ ਹੈ ਉਹ ਭੁੱਲ ਜਾਓ। ਕਿਉਂਕਿ ਅਗਰ ਖੁਸ਼ੀ ਨਹੀਂ ਟਿਕੀ ਤੇ ਦੁੱਖ ਵੀ ਜਿਹੜਾ ਹੈ ਉਹ ਨਹੀਂ ਟਿਕੇਗਾ। ਉਸ ਦੁੱਖ ਦੇ ਵਿੱਚ ਵੀ ਇੰਨਾ ਪਰੇਸ਼ਾਨ ਨਹੀਂ ਹੋਣਾ। ਆਪਣੇ ਆਪ ਨੂੰ, ਆਪਣੇ ਅੰਦਰ ਨੂੰ, ਆਪਣੇ ਮਨ ਨੂੰ ਜਿਹੜਾ ਹੈ ਉਹ ਹਮੇਸ਼ਾ ਸ਼ਾਂਤ ਰੱਖਣਾ ਹੈ। ਆਪਣੇ ਆਪ ਨੂੰ ਜਿਹੜਾ ਹਮੇਸ਼ਾ ਅੰਦਰੋਂ ਔਰ ਬਾਹਰੋਂ ਜਿਹੜਾ ਹੈ ਉਹ ਸਮ ਰੱਖਣਾ। ਬਾਹਰੀ ਜਿਹੜੀ ਸਮਾਨਤਾ ਆਪਾਂ ਸਮਝਦੇ ਹਾਂ, ਅੰਦਰੋਂ ਸ਼ਾਂਤ ਰੱਖਣ ਦੀ ਜਿਹੜੀ ਹੈ ਉਹ ਕਿਸ ਤਰੀਕੇ ਦੀ ਜਿਹੜੀ ਗੱਲਬਾਤ ਕਰਦੇ ਪਰਮਾਤਮਾ ਵਾਲਮੀਕੀ ਮਹਾਰਾਜ। ਕਿਉਂਕਿ ਅਸੀਂ ਦੇਖਦੇ ਹਾਂ ਜਦੋਂ ਕੋਈ ਖੁਸ਼ੀ, ਬਹੁਤ ਜ਼ਿਆਦਾ ਖੁਸ਼ੀ ਜਾਂ ਬਹੁਤ ਜ਼ਿਆਦਾ ਦੁੱਖ ਜਦੋਂ ਇਨਸਾਨ ਤੇ ਆਉਂਦਾ ਤਾਂ ਮਨ ਦੇ ਅੰਦਰ ਜਿਹੜੇ ਵਿਚਾਰ ਜਿਹੜੇ ਆ ਉਹ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਜਿਹੜੇ ਆ ਉਹ ਸਰਕਲ ਕਰਨਾ ਸ਼ੁਰੂ ਕਰ ਦਿੰਦੇ ਕਿ ਹੁਣ ਮੇਰੇ ਨਾਲ ਇਦਾਂ ਹੀ ਰਹੂਗੀ, ਮੈਂ ਇਸੇ ਹੀ ਤਰੀਕੇ ਦੇ ਨਾਲ ਆਪਣੀ ਜ਼ਿੰਦਗੀ ਬਤੀਤ ਕਰਾਂਗਾ। ਇਹਨਾਂ ਵਿਚਾਰਾਂ ਨੂੰ ਭਗਵਾਨ ਵਾਲਮੀਕੀ ਮਹਾਰਾਜ ਕਹਿੰਦੇ ਕਿ ਇਹਨਾਂ ਤੇ ਹਮੇਸ਼ਾ ਜਿਹੜਾ ਆ ਉਹ ਕੰਟਰੋਲ ਰੱਖਣਾ, ਇਹਨਾਂ ਨੂੰ ਹਮੇਸ਼ਾ ਸ਼ਾਂਤ ਰੱਖਣਾ। ਖੁਸ਼ੀ ਮਿਲੀ ਹੈ ਉਹਦੇ ਵਿੱਚ ਖੁਸ਼ ਹੋਣਾ, ਪਰ ਆਪਣੇ ਆਪ ਨੂੰ ਜਾਂ ਇਸ ਜ਼ਿੰਦਗੀ ਨੂੰ ਭੁੱਲਣਾ ਨਹੀਂ। ਦੁੱਖ ਮਿਲਿਆ, ਉਸ ਦੁੱਖ ਨੂੰ ਵੀ ਇੰਨਾ ਜ਼ਿਆਦਾ ਮਹਿਸੂਸ ਨਹੀਂ ਕਰਨਾ ਕਿ ਤੁਸੀਂ ਉਸ ਦੁੱਖ ਦੇ ਵਿੱਚ ਹੀ ਜਿਹੜਾ ਹੈ ਉਹ ਡੁੱਬ ਜਾਵੋ। ਇਸ ਕਰਕੇ ਭਗਵਾਨ ਵਾਲਮੀਕੀ ਮਹਾਰਾਜ ਸਾਨੂੰ ਇਹੀ ਸਮਝਾਉਂਦੇ ਕਿ ਸਮ ਰੂਪੀ ਜਿਹੜਾ ਦਰਵਾਜ਼ਾ ਹੈ ਉਹ ਇਹੀ ਹੈ ਕਿ ਆਪਣੇ ਆਪ ਨੂੰ ਅੰਦਰੋਂ ਔਰ ਬਾਹਰੋਂ
ਹਮੇਸ਼ਾ ਜਿਹੜਾ ਹੈ ਉਹ ਸ਼ਾਂਤ ਰੱਖਣਾ ਹੈ। ਅਗਰ ਕੋਈ ਜੀਵ ਆਪਣੇ ਆਪ ਨੂੰ ਹਮੇਸ਼ਾ ਕਿਸੇ ਖੁਸ਼ੀ ਦੇ ਵਿੱਚ, ਕਿਸੇ ਦੁੱਖ ਦੇ ਵਿੱਚ ਸ਼ਾਂਤ ਰੱਖਦਾ ਹੈ ਤਾਂ ਉਹ ਜੀਵ ਜਿਹੜਾ ਹੈ ਉਹ ਮੋਕਸ਼ ਦੀ ਜਿਹੜੀ ਹੈ ਉਹ ਪ੍ਰਾਪਤੀ ਕਰ ਸਕਦਾ ਹੈ। ਸੋ ਭਾਗਾਂ ਵਾਲਿਓ, ਬੜੀ ਵੱਡੀ, ਬੜੀ ਅਹਿਮ ਗੱਲ ਜਿਹੜੀ ਪ੍ਰਮਾਤਮਾ ਵਾਲਮੀਕੀ ਮਹਾਰਾਜ ਜੀ ਨੇ ਇੱਥੇ ਸਾਨੂੰ ਸਮਝਾਈ ਹੈ ਕਿ ਆਪਣੇ ਆਪ ਨੂੰ ਜਿਹੜਾ ਹੈ ਉਹ ਸ਼ਾਂਤ ਰੱਖਣਾ ਹੈ। ਔਰ ਇੱਕ ਹੋਰ ਮੈਂ ਇੱਥੇ ਇੱਕ ਦੋ ਐਗਜ਼ਾਮਪਲਾਂ ਜਿਹੜੀਆਂ ਆ ਉਹ ਦੇਣੀਆਂ ਚਾਹਾਂਗਾ। ਉਹ ਐਗਜ਼ਾਮਪਲਾਂ ਕੀ ਨੇ? ਅਗਰ ਅਸੀਂ ਆਪਣੇ ਆਪ ਨੂੰ ਅੰਦਰੋਂ ਸ਼ਾਂਤ ਰੱਖਦੇ ਹਾਂ, ਆਪਣੇ ਮਨ ਤੇ ਜਿਹੜਾ ਹੈ ਹਮੇਸ਼ਾ ਕੰਟਰੋਲ ਰੱਖਦੇ ਹਾਂ, ਤਾਂ ਸਾਡਾ ਕੰਟਰੋਲ ਜਿਹੜਾ ਹੈ ਉਹ ਕਦੀ ਵੀ ਕਿਸੇ ਦੂਸਰੇ ਇਨਸਾਨ ਦੇ ਹੱਥ ਦੇ ਵਿੱਚ ਨਹੀਂ ਜਾਵੇਗਾ। ਦੂਸਰੇ ਲੋਕਾਂ ਦੇ ਹੱਥ ਦੇ ਵਿੱਚ ਕੰਟਰੋਲ ਕਿਸ ਤਰੀਕੇ ਦੇ ਨਾਲ ਜਾਂਦਾ ਹੈ ਕਿ ਜਦੋਂ ਕਈ ਵਾਰ ਅਸੀਂ ਕਿਸੇ ਦੇ ਨਾਲ ਕੋਈ ਕਿਸੇ ਵਿਸ਼ੇ ਤੇ ਵਿਚਾਰ ਵਟਾਂਦਰਾ ਕਰਦੇ ਹਾਂ ਤਾਂ ਸਾਹਮਣੇ ਵਾਲਾ ਸਾਡੇ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਹੁੰਦਾ ਜਾਂ ਸਾਨੂੰ ਮੂਹਰੇ ਉਹੋ ਜਿਹੀਆਂ ਗੱਲਾਂ ਕਰਦਾ ਕਿ ਬੰਦਾ ਜਿਹੜਾ ਹੈ ਉਹ ਉਤਸੁਕ ਹੋ ਕੇ ਕਹਿ ਲਓ ਜਾਂ ਭਾਵੁਕ ਹੋ ਕੇ ਜਾਂ ਗੁੱਸੇ ਦੇ ਵਿੱਚ ਆ ਕੇ ਕੋਈ ਗਲਤ ਸ਼ਬਦਾਵਲੀ ਵਰਤਦਾ ਜਾਂ ਗਲਤ ਗੱਲਾਂ ਜਿਹੜੀਆਂ ਆ ਉਹ ਕਰ ਜਾਂਦਾ। ਪਰ ਅਗਰ ਅਸੀਂ ਆਪਣੇ ਆਪ ਤੇ ਕੰਟਰੋਲ ਰੱਖਦੇ ਹਾਂ, ਆਪਣੇ ਮਨ ਨੂੰ ਜਿਹੜਾ ਆ ਉਹ ਸ਼ਾਂਤ ਰੱਖਦੇ ਹਾਂ, ਤਾਂ ਸਾਹਮਣੇ ਵਾਲੇ ਦੀਆਂ ਕੋਈ ਵੀ ਗੱਲਾਂ ਜਿਹੜੀਆਂ ਸਾਨੂੰ ਕਦੀ ਵੀ ਉਤਸੁਕ ਨਹੀਂ ਕਰ ਸਕਣਗੀਆਂ, ਜਿਹੜਾ ਕਿ ਅਸੀਂ ਆਪਣਾ ਆਪਾ ਖੋ ਕੇ ਜਿਹੜਾ ਹੈ ਉਹ ਗਲਤ ਜਿਹੜੀ ਹੈ ਉਹ ਗੱਲ ਕਰ ਸਕੀਏ। ਅਗਰ ਸਾਹਮਣੇ ਵਾਲਾ ਸਾਡੇ ਵਿਚਾਰਾਂ ਦੇ ਨਾਲ ਸਹਿਮਤ ਨਹੀਂ ਵੀ ਹੋਵੇਗਾ ਤਾਂ ਅਸੀਂ ਸਿਰਫ ਤੇ ਸਿਰਫ ਆਪਣੇ ਵਿਚਾਰ ਹੀ ਰੱਖਾਂਗੇ। ਆਪਾਂ ਕਿਸੇ ਨੂੰ ਜਿਹੜਾ ਹੈ ਉਹ ਫੋਰਸ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ, ਕਿਸੇ ਨੂੰ ਜਿਹੜਾ ਮਜਬੂਰ ਕਰਨ ਦੀ ਕੋਸ਼ਿਸ਼ ਨਹੀਂ ਕਰਾਂਗੇ ਕਿ ਨਹੀਂ ਅਸੀਂ ਜੋ ਕਹਿ ਰਹੇ ਹਾਂ ਉਹੀ ਸਹੀ ਹੈ। ਕਿਉਂਕਿ ਜਦੋਂ ਇਨਸਾਨ ਸ਼ਾਂਤ ਹੋ ਜਾਂਦਾ, ਆਪਣੇ ਆਪ ਤੇ ਕੰਟਰੋਲ ਕਰ ਲੈਂਦਾ, ਤਾਂ ਉਸ ਇਨਸਾਨ ਨੂੰ ਇਹਨਾਂ ਚੀਜ਼ਾਂ ਦੀ ਸਮਝ ਜਿਹੜੀ ਆ ਲੱਗ ਜਾਂਦੀ ਕਿ ਅਗਰ ਮੈਂ ਜੋ ਗੱਲ ਕਰ ਰਿਹਾ ਮੇਰੇ ਪੁਆਇੰਟ ਆਫ ਵਿਊ ਤੋਂ ਉਹ ਗੱਲ ਜਿਹੜੀ ਹੈ ਉਹ ਬਿਲਕੁਲ ਸਹੀ ਹੈ, ਪਰ ਜਿਸ ਪੁਆਇੰਟ ਆਫ ਵਿਊ ਤੋਂ ਸਾਹਮਣੇ ਵਾਲਾ ਦੇਖ ਰਿਹਾ ਹੋ ਸਕਦਾ ਉਹਦੇ ਪੁਆਇੰਟ ਆਫ ਵਿਊ ਤੋਂ ਵੀ ਉਹਦੀ ਗੱਲ ਜਿਹੜੀ ਹੈ ਉਹ ਸਹੀ ਹੋਵੇ। ਉਸ ਵਕਤ ਇਨਸਾਨ ਆਪਣੇ ਨਾਲ ਦੂਸਰਿਆਂ ਦੀਆਂ ਵਿਚਾਰਾਂ ਦੀ ਕਦਰ ਵੀ ਜਿਹੜੀ ਹੈ ਉਹ ਕਰਨੀ ਸ਼ੁਰੂ ਕਰ ਦਿੰਦਾ। ਕਿਉਂਕਿ ਉਹਦਾ ਆਪਣੇ ਆਪ ਤੇ ਕੰਟਰੋਲ ਹੋ ਜਾਂਦਾ। ਉਹ ਆਪਣੇ ਵਿਚਾਰਾਂ ਤੇ ਜਿਹੜਾ ਹੈ, ਆਪਣੇ ਮਨ ਤੇ ਜਿਹੜਾ ਹੈ ਉਹ ਕੰਟਰੋਲ ਕਰ ਲੈਂਦਾ ਹੈ। ਆਪਣੇ ਆਪ ਨੂੰ ਜਿਹੜਾ ਹੈ ਉਹ ਕਦੀ ਵੀ ਆਪਣੇ ਤੋਂ ਬਾਹਰ ਨਹੀਂ ਲੈ ਕੇ ਜਾਂਦਾ। ਸੋ ਇਹ ਸੀ ਪਹਿਲੇ ਦਰਵਾਜ਼ੇ ਦੀ ਗੱਲ, ਸਮ ਦੀ ਗੱਲ। ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਦੱਸਿਆ ਕਿ ਆਪਣੇ ਆਪ ਨੂੰ ਸ਼ਾਂਤ ਕਰ ਲੈਣਾ, ਅੰਦਰੋਂ ਵੀ ਔਰ ਬਾਹਰੋਂ ਵੀ। ਜੋ ਜੀਵ ਇਸ ਦਰਵਾਜ਼ੇ ਨੂੰ ਜਿਹੜਾ ਹੈ ਉਹ ਪਾਰ ਕਰ ਲੈਂਦਾ ਹੈ, ਉਹ ਜੀਵ ਮੋਕਸ਼ ਰੂਪੀ ਮਹਿਲ ਦੇ ਅੰਦਰ ਜਿਹੜਾ ਹੈ ਉਹ ਪ੍ਰਵੇਸ਼ ਕਰ ਲੈਂਦਾ ਹੈ। ਇਹ ਸੀ ਪਹਿਲਾ ਦਰਵਾਜ਼ਾ ਜੋ ਮੇਰੇ ਪ੍ਰਮਾਤਮਾ ਨੇ, ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਮੋਕਸ਼ ਰੂਪੀ ਮਹਿਲ ਦੇ ਅੰਦਰ ਪ੍ਰਵੇਸ਼ ਕਰਨ ਦੇ ਵਾਸਤੇ ਸਾਨੂੰ ਜੀਵਾਂ ਨੂੰ ਸਮਝਾਇਆ ਕਿ ਇਹ ਜੀਵ ਇਸ ਦਰਵਾਜ਼ੇ ਦੇ ਜ਼ਰੀਏ, ਇਸ ਤਰੀਕੇ ਦੇ ਨਾਲ ਤੂੰ ਮਹਿਲ ਰੂਪੀ ਮੋਕਸ਼ ਦੇ ਵਿੱਚ ਜਿਹੜਾ ਹੈ ਉਹ ਪ੍ਰਵੇਸ਼ ਕਰ ਸਕਦਾ ਹੈ, ਜਿਸ ਦੇ ਨਾਲ ਇਨਸਾਨ ਜਿਉਂਦੇ ਜੀ ਜਿਹੜਾ ਹੈ ਉਹ ਮੋਕਸ਼ ਦੀ ਪ੍ਰਾਪਤੀ ਕਰ ਲੈਂਦਾ ਹੈ, ਉਹ ਮੁਕਤੀ ਦੀ ਪ੍ਰਾਪਤੀ ਕਰ ਲੈਂਦਾ ਹੈ। ਔਰ ਦੂਸਰਾ ਜਿਹੜਾ ਦਰਵਾਜ਼ਾ ਹੈ ਉਹ ਹੈ ਸੰਤੋਖ ਦਾ। ਸੰਤੋਖ ਤੋਂ ਭਾਵ ਆਪਾਂ ਕਹਿ ਸਕਦੇ ਹਾਂ ਸਬਰ, ਕਿ ਜਿਸ ਜੀਵ ਦੇ ਕੋਲ ਸਬਰ ਹੈ ਉਹ ਜੀਵ ਕਦੀ ਵੀ ਜਿਹੜਾ ਹੈ ਉਹ ਕਿਸੇ ਵਸਤੂਆਂ ਦੇ ਮਗਰ ਭੱਜਦਾ ਨਹੀਂ ਹੈ। ਜਦੋਂ ਕੋਈ ਜੀਵ ਸੰਤੋਖ ਕਰ ਲੈਂਦਾ, ਸਬਰ ਕਰ ਲੈਂਦਾ ਹੈ, ਤਾਂ ਉਹਨੂੰ ਜੋ ਵੀ ਮਿਲਦਾ ਹੈ ਉਹ ਉਸ ਚੀਜ਼ ਦੇ ਵਿੱਚ ਹਮੇਸ਼ਾ ਖੁਸ਼ ਰਹਿੰਦਾ ਹੈ, ਔਰ ਜੋ ਉਹਨੂੰ ਹੋਰ ਚਾਹੀਦਾ ਹੈ ਉਹਦੇ ਵਾਸਤੇ ਹਮੇਸ਼ਾ ਯਤਨ ਕਰਦਾ ਹੈ, ਪੁਰਸ਼ਾਰਥ ਕਰਦਾ ਹੈ। ਭਗਵਾਨ ਵਾਲਮੀਕੀ ਮਹਾਰਾਜ ਇੱਥੇ ਇਹ ਨਹੀਂ ਕਹਿ ਰਹੇ ਕਿ ਜੀ ਅਸੀਂ ਸਿਰਫ ਦੁਨੀਆ ਦੇ ਵਿੱਚ ਆਏ ਹਾਂ ਤਾਂ ਸਿਰਫ ਰੋਟੀ ਖਾ ਲਈ ਜਾਂ ਸੌਂ ਲਿਆ, ਬਸ ਇਹੀ ਇੱਥੇ ਹੀ ਇਨਸਾਨ ਨੂੰ ਸਬਰ ਕਰ ਲੈਣਾ ਚਾਹੀਦਾ ਹੈ। ਨਹੀਂ, ਭਗਵਾਨ ਵਾਲਮੀਕੀ ਮਹਾਰਾਜ ਕਹਿੰਦੇ ਐਜ਼ ਏ ਇਨਸਾਨ ਸਾਡੀ ਜ਼ਿੰਦਗੀ ਦੇ ਵਿੱਚ ਜੋ ਵੀ ਅਸੀਂ ਕਰਮ ਕਰਦੇ ਹਾਂ, ਸਾਨੂੰ ਕਰਮ ਕਰਨਾ ਚਾਹੀਦਾ ਹੈ। ਸਾਨੂੰ ਪੁਰਸ਼ਾਰਥ ਜਿਹੜਾ ਹੈ, ਜਿੰਨਾ ਚਿਰ ਅਸੀਂ ਜਿਉਂਦੇ ਹਾਂ ਸਾਨੂੰ ਪੁਰਸ਼ਾਰਥ ਕਰਦੇ ਰਹਿਣਾ ਚਾਹੀਦਾ ਹੈ। ਔਰ ਪੁਰਸ਼ਾਰਥ ਜਦੋਂ ਜੀਵ ਲਗਾਤਾਰ ਪੁਰਸ਼ਾਰਥ ਕਰਦਾ ਹੈ ਤਾਂ ਉਹ ਤਰੱਕੀ ਵੀ ਕਰਦਾ ਹੈ।
ਪਰ ਭਗਵਾਨ ਵਾਲਮੀਕੀ ਮਹਾਰਾਜ ਸਾਨੂੰ ਇਹ ਵੀ ਸਮਝਾਉਂਦੇ ਕਿ ਜਦੋਂ ਵੀ ਅਸੀਂ ਤਰੱਕੀ ਕਰੀਏ, ਜੋ ਵੀ ਚੀਜ਼ ਸਾਨੂੰ ਮਿਲ ਜਾਂਦੀ ਹੈ, ਹਮੇਸ਼ਾ ਉਸ ਚੀਜ਼ ਦੇ ਨਾਲ ਖੁਸ਼ ਰਹੀਏ। ਔਰ ਜੋ ਚੀਜ਼ ਸਾਨੂੰ ਨਹੀਂ ਮਿਲੀ, ਉਸ ਚੀਜ਼ ਦੇ ਵਾਸਤੇ ਜਿਹੜਾ ਭਗਵਾਨ ਵਾਲਮੀਕੀ ਮਹਾਰਾਜ ਸਾਨੂੰ ਇਹੀ ਕਹਿੰਦੇ ਕਿ ਸਾਨੂੰ ਬੇਸਬਰੇ ਨਹੀਂ ਹੋਣਾ ਚਾਹੀਦਾ, ਉਸ ਚੀਜ਼ ਲਈ ਸਾਨੂੰ ਦੁਖੀ ਨਹੀਂ ਹੋਣਾ ਚਾਹੀਦਾ। ਪੁਰਸ਼ਾਰਥ, ਮਿਹਨਤ ਜਿਹੜੀ ਹੈ ਉਸ ਚੀਜ਼ ਨੂੰ ਪ੍ਰਾਪਤ ਕਰਨ ਦੇ ਲਈ ਜ਼ਰੂਰ ਕਰਨੀ ਚਾਹੀਦੀ ਹੈ। ਤਰੱਕੀ ਦੇ ਵਾਸਤੇ ਜਿਹੜਾ ਪੁਰਸ਼ਾਰਥ ਕਰਨਾ, ਭਗਵਾਨ ਵਾਲਮੀਕੀ ਮਹਾਰਾਜ ਕਹਿੰਦੇ ਹਮੇਸ਼ਾ ਜਿਹੜਾ ਬਹੁਤ ਜ਼ਰੂਰੀ ਹੈ, ਲਾਜ਼ਮੀ ਹੈ। ਪਰ ਆਪਣੇ ਮਨ ਨੂੰ ਇੰਨਾ ਕਦੀ ਲਾਲਚੀ ਨਹੀਂ ਬਣਾਉਣਾ ਚਾਹੀਦਾ। ਅਗਰ ਇਨਸਾਨ ਸਬਰ ਨਹੀਂ ਰੱਖਦਾ, ਸੰਤੋਖ ਨਹੀਂ ਰੱਖਦਾ, ਤੇ ਅਸੀਂ ਮੋਕਸ਼ ਰੂਪੀ ਮਹਿਲ ਦੇ ਅੰਦਰ ਜਿਹੜਾ ਹੈ ਉਹ ਪ੍ਰਵੇਸ਼ ਨਹੀਂ ਕਰ ਸਕਦੇ। ਇਸ ਕਰਕੇ ਸੰਤੋਖ ਔਰ ਸਬਰ ਬਹੁਤ ਜ਼ਿਆਦਾ ਮੋਕਸ਼ ਪ੍ਰਾਪਤੀ ਦੀ, ਮੁਕਤੀ ਦੇ ਵਾਸਤੇ ਜਿਹੜਾ ਜ਼ਿਆਦਾ ਜ਼ਰੂਰੀ ਹੈ। ਔਰ ਜਦੋਂ ਅਸੀਂ ਮਿਹਨਤ ਕਰਦੇ ਹਾਂ, ਪੁਰਸ਼ਾਰਥ ਕਰਦੇ ਹਾਂ, ਤਾਂ ਸਾਨੂੰ, ਅਗਰ ਅਸੀਂ ਸੰਤੋਖ ਰੂਪੀ ਜਿਹੜਾ ਹੈ ਦਰਵਾਜ਼ਾ, ਉਹਦੀ ਹਮੇਸ਼ਾ ਆਪਣੇ ਮਨ ਦੇ ਵਿੱਚ ਯਾਦ ਰੱਖਦੇ ਕਿ ਸੰਤੋਖ ਜਿਹੜਾ ਸਾਡੇ ਮਨ ਨੂੰ ਹਮੇਸ਼ਾ ਹੋਣਾ ਚਾਹੀਦਾ। ਜੋ ਚੀਜ਼ ਮਿਲਦੀ ਹੈ ਸਾਨੂੰ ਹਮੇਸ਼ਾ ਉਹਦੇ ਵਿੱਚ ਜਿਹੜਾ ਖੁਸ਼ ਰਹਿਣਾ ਚਾਹੀਦਾ ਹੈ। ਔਰ ਉਹ ਖੁਸ਼ੀ ਹੀ ਜਿਹੜੀ ਹੈ ਸਾਡੇ ਮੋਕਸ਼ ਦਾ, ਸਾਡੀ ਮੁਕਤੀ ਦਾ ਜਿਹੜਾ ਹੈ ਉਹ ਕਾਰਨ ਬਣਦੀ ਹੈ। ਕਿਉਂਕਿ ਜਿੱਦਾਂ ਪਹਿਲੇ ਦਰਵਾਜ਼ੇ ਦੀ ਆਪਾਂ ਗੱਲ ਕੀਤੀ ਕਿ ਜਦੋਂ ਸਾਨੂੰ ਕੋਈ ਚੀਜ਼ ਮਿਲ ਜਾਂਦੀ ਹੈ ਤਾਂ ਉਸ ਵਕਤ ਇਨਸਾਨ ਉਸ ਚੀਜ਼ ਨੂੰ ਪ੍ਰਾਪਤ ਕਰਕੇ ਇਦਾਂ ਨਹੀਂ ਮਹਿਸੂਸ ਕਰਦਾ ਕਿ ਮੇਰੇ ਕੋਲ ਪਤਾ ਨਹੀਂ ਕੀ ਆ ਗਿਆ। ਉਸ ਵਕਤ ਵੀ ਇਨਸਾਨ ਸਬਰ ਰੱਖਦਾ ਕਿ ਹਾਂ, ਮੈਂ ਇਸ ਕੰਮ ਦੇ ਵਾਸਤੇ ਮਿਹਨਤ ਕੀਤੀ ਔਰ ਉਸ ਮਿਹਨਤ ਦਾ ਇਹ ਫਲ ਮੈਨੂੰ ਜਿਹੜਾ ਹੈ ਉਹ ਮਿਲਿਆ। ਔਰ ਜੋ ਚੀਜ਼ ਨਹੀਂ ਮਿਲਦੀ ਤਾਂ ਉਹਦੇ ਵਾਸਤੇ ਮਨ ਦੇ ਵਿੱਚ ਕਦੀ ਇਨਸਾਨ ਜਿਹੜਾ ਦੁੱਖ ਨਹੀਂ ਮਹਿਸੂਸ ਕਰਦਾ ਕਿ ਮੈਨੂੰ ਉਹ ਚੀਜ਼ ਚਾਹੀਦੀ ਸੀ, ਮੈਨੂੰ ਉਹ ਮਿਲੀ ਨਹੀਂ। ਜਿਸ ਦਿਨ ਮੈਨੂੰ ਉਹ ਚੀਜ਼ ਮਿਲੇਗੀ ਮੈਂ ਉਸ ਦਿਨ ਹੀ ਖੁਸ਼ ਹੋਵਾਂਗਾ। ਨਹੀਂ, ਇਹ ਜਿਹੜਾ ਭਗਵਾਨ ਵਾਲਮੀਕੀ ਮਹਾਰਾਜ ਕਹਿੰਦੇ ਇਹ ਸੰਤੋਖ ਨਹੀਂ ਹੈ। ਸੰਤੋਖ ਇਹੀ ਹੈ ਕਿ ਜੋ ਅਸੀਂ ਪੁਰਸ਼ਾਰਥ ਕਰਦੇ ਹਾਂ, ਉਸ ਪੁਰਸ਼ਾਰਥ ਦੇ ਬਦਲੇ ਜੋ ਸਾਨੂੰ ਵਸਤੂਆਂ, ਜੋ ਸਾਨੂੰ ਚੀਜ਼, ਜੋ ਸਾਨੂੰ ਇਸ ਦੁਨੀਆ ਦੇ ਵਿੱਚ ਇਸ ਜ਼ਿੰਦਗੀ ਨੂੰ ਜਿਉਂਦੇ ਰਹਿਣ ਲਈ ਜੋ ਮਿਲਦਾ ਹੈ, ਉਹਦੇ ਵਿੱਚ ਜਿਹੜਾ ਇਨਸਾਨ ਨੂੰ ਸੰਤੋਖ, ਸਬਰ ਜਿਹੜਾ ਹੈ ਉਹ ਰੱਖਣਾ ਚਾਹੀਦਾ ਹੈ। ਔਰ ਉਸ ਸਬਰ ਦੇ ਨਾਲ ਹੀ ਇਨਸਾਨ ਜਿਹੜਾ ਹੈ ਮੁਕਤੀ ਜਿਹੜੀ ਹੈ ਉਹ ਪ੍ਰਾਪਤ ਕਰ ਸਕਦਾ ਹੈ, ਮੋਕਸ਼ ਜਿਹੜਾ ਹੈ ਉਹ ਪ੍ਰਾਪਤ ਕਰ ਸਕਦਾ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਭਗਵਾਨ ਵਾਲਮੀਕੀ ਮਹਾਰਾਜ ਦੀ ਜਿਹੜੀ ਬਾਣੀ ਹੈ, ਮੋਕਸ਼ ਰੂਪੀ ਦੇ ਜਿਹੜੇ 4 ਦਰਵਾਜ਼ੇ ਸੀ, ਉਹਨਾਂ ਦੇ ਵਿੱਚੋਂ ਪਹਿਲੇ 2 ਦਰਵਾਜ਼ਿਆਂ ਤੇ ਜਿਹੜੀ ਹੈ ਉਹ ਗੱਲਬਾਤ ਕੀਤੀ, ਸਮ ਔਰ ਸੰਤੋਖ। ਕਿਉਂਕਿ ਪ੍ਰੋਗਰਾਮ ਦਾ ਜਿਹੜਾ ਆਪਣਾ ਸਮਾਂ ਆ ਉਹ ਸਿਰਫ ਅੱਧੇ ਘੰਟੇ ਦਾ ਸਮਾਂ ਜਿਹੜਾ ਹੁੰਦਾ ਹੈ, ਇਸ ਕਰਕੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਸਿਰਫ 2 ਦਰਵਾਜ਼ਿਆਂ ਤੇ ਹੀ ਗੱਲਬਾਤ ਕੀਤੀ ਹੈ। ਆਉਣ ਵਾਲਾ ਜਿਹੜਾ ਪ੍ਰੋਗਰਾਮ ਹੋਵੇਗਾ, ਉਸ ਪ੍ਰੋਗਰਾਮ ਦੇ ਵਿੱਚ ਆਪਾਂ ਅਗਲੇ 2 ਦਰਵਾਜ਼ੇ, ਜਿਹੜਾ ਵਿਚਾਰ ਔਰ ਸਤਸੰਗ, ਇਹਨਾਂ 2 ਦਰਵਾਜ਼ਿਆਂ ਤੇ ਜਿਹੜੀ ਹੈ ਉਹ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਗੱਲਬਾਤ ਕਰਾਂਗੇ। ਵੈਸੇ ਮੇਰੀ ਪਹਿਲਾਂ ਇਹ ਕੋਸ਼ਿਸ਼ ਸੀ ਇਹ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਕਿ ਇਹਨਾਂ ਵਿਸ਼ਿਆਂ ਨੂੰ ਜਿਹੜਾ ਹੈ ਉਹ 4 ਪ੍ਰੋਗਰਾਮਾਂ ਦੇ ਵਿੱਚ ਪਹਿਲਾਂ ਵੰਡਾਂ, ਪਰ ਫਿਰ ਪ੍ਰੋਗਰਾਮ ਕਰਦਿਆਂ ਜਿਹੜੀ ਮਨ ਦੇ ਵਿੱਚ ਸੋਚ ਆਈ ਕਿ ਨਹੀਂ, ਸਿਰਫ ਆਪਾਂ ਇਹਨੂੰ 2 ਪ੍ਰੋਗਰਾਮਾਂ ਦੇ ਵਿੱਚ ਹੀ ਵੰਡ ਲੈਂਦੇ ਹਾਂ। ਸੋ ਇਸ ਕਰਕੇ ਆਪਾਂ ਅੱਜ ਸਿਰਫ 2 ਦਰਵਾਜ਼ਿਆਂ ਤੇ ਹੀ ਜਿਹੜੀ ਹੈ ਉਹ ਗੱਲਬਾਤ ਕੀਤੀ ਹੈ, ਸਮ ਔਰ ਸੰਤੋਖ ਤੇ, ਵਿਚਾਰ ਔਰ ਸਤਸੰਗ। ਇਹਨਾਂ 2 ਦਰਵਾਜ਼ਿਆਂ ਤੇ ਜਿਹੜੀ ਆਪਾਂ ਗੱਲਬਾਤ ਹੈ ਉਹ ਅਗਲੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਕਰਾਂਗੇ। ਔਰ ਅੱਜ ਦੇ ਇਸ ਪ੍ਰੋਗਰਾਮ ਨੂੰ ਕਰਦਿਆਂ ਅਗਰ ਕਿਸੇ ਤਰ੍ਹਾਂ ਦੀ ਕੋਈ ਗਲਤੀ ਜਾਂ ਗਲਤ ਲਫ਼ਜ਼ ਬੋਲਿਆ ਗਿਆ ਹੈ ਤਾਂ ਉਹਦੇ ਲਈ ਦੋਨੇ ਹੱਥ ਜੋੜ ਕੇ ਆਪ ਸਾਰਿਆਂ ਤੋਂ ਮਾਫੀ ਚਾਹੁੰਦੇ ਹਾਂ। ਔਰ ਸੰਗਤ ਜਿਹੜੀ ਹੈ ਉਹ ਖਿਮਾ ਕਰਨ ਦੇ ਯੋਗ ਹੈ, ਸੰਗਤ ਰੱਬ ਰੂਪ ਹੈ ਔਰ ਜ਼ਰੂਰ ਮਾਫ ਕਰੋਗੇ। ਔਰ ਅਖੀਰ ਦੇ ਵਿੱਚ ਇਹ ਸਾਰੇ ਸੰਸਾਰ ਦੇ ਵਾਸਤੇ ਇਹੀ ਅਰਦਾਸ ਬੇਨਤੀ ਕਰਦੇ ਹਾਂ ਉਸ ਪ੍ਰਮਾਤਮਾ ਦੇ ਚਰਨਾਂ 'ਚ ਕਿ ਇਹ ਪ੍ਰਮਾਤਮਾ ਇਸ ਸੰਸਾਰ ਤੇ ਆਪਣੇ ਅੰਮ੍ਰਿਤ ਦੀ ਵਰਖਾ ਕਰੋ, ਤਾਂ ਕਿ ਸੰਸਾਰ ਵਿੱਚ ਜਿੰਨੇ ਦੁਖੀ ਬਿਮਾਰ ਲੋਕ ਨੇ ਉਹ ਸਾਰਿਆਂ ਨੂੰ ਤੰਦਰੁਸਤੀ ਮਿਲੇ, ਹਰ ਇਨਸਾਨ ਆਪਣਾ ਤੰਦਰੁਸਤੀ ਔਰ ਖੁਸ਼ੀ ਭਰਿਆ ਜੀਵਨ ਬਤੀਤ ਕਰੇ। ਆਪਣੀ ਬਾਣੀ ਦੀ ਵਰਖਾ ਇਸ ਸੰਸਾਰ ਦੇ ਵਿੱਚ ਕਰੋ, ਤਾਂ ਕਿ ਸੰਸਾਰ ਦੇ ਸਭ ਪ੍ਰਾਣੀ ਆਪ ਜੀ ਦੀ ਬਾਣੀ ਤੋਂ ਗਿਆਨ ਹਾਸਲ ਕਰਕੇ ਆਪਣੀ ਜ਼ਿੰਦਗੀ ਨੂੰ ਸਫਲਾ ਕਰ ਸਕਣ। ਇਹੀ ਦਿਲੀ ਅਰਦਾਸ ਹੈ ਆਪ ਸਾਰਿਆਂ ਦੇ ਵਾਸਤੇ, ਔਰ ਆਪਣੇ ਵਾਸਤੇ ਇਹੀ ਬੇਨਤੀ ਕਰਦਾ ਹਾਂ कि हे परमात्मा, कहा करता हो जगत के सुन लो मेरी टेर, आप ही करो दयालुता में कमियों का हूं ढेर। हे परमात्मा, इस शरीर चों मन चों कमियां पेशियां दूर करो, ताकि चंगे इंसान बन सकिए, आप जी दी बाणी अनुसार चलने का यत्न करिए। ऐसी रहमत, ऐसी कृपा करो इस शरीर ते।
ਔਰ ਅਖੀਰ ਦੇ ਵਿੱਚ ਆਪ ਸਾਰਿਆਂ ਦੇ ਅੰਦਰ ਬੈਠੇ ਉਸ ਪ੍ਰਮਾਤਮਾ ਨੂੰ ਕੋਟ ਨਮਸਕਾਰ। ਔਰ ਉਸ ਪ੍ਰਮਾਤਮਾ ਨੇ ਚਾਹਿਆ ਤੇ ਆਉਣ ਵਾਲੇ ਹਫ਼ਤੇ ਜ਼ਰੂਰ ਮੁਲਾਕਾਤ ਹੋਵੇਗੀ। ਤਦ ਤੱਕ ਦੇ ਲਈ ਖੁਸ਼ ਰਹੋ, ਆਬਾਦ ਰਹੋ। ਜ਼ਿੰਦਗੀ ਦੇ ਹਰ ਮੋੜ ਤੇ ਪ੍ਰਮਾਤਮਾ ਤੁਹਾਨੂੰ ਇੱਕ ਨਵੀਂ ਖੁਸ਼ੀ ਬਖਸ਼ਿਸ਼ ਕਰੇ। ਜੈ ਵਾਲਮੀਕੀ।